ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਜੋਗਰਾਜ ਸਿੰਘ ਕਾਲੋਂ ਤੇ ਤੁਹਾਨੂੰ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ, ਉਹਨਾਂ ਦੇ ਵਲੰਟੀਅਰ ਸਾਡੇ ਨਾਲ ਮੌਜੂਦ ਨੇ। ਸੰਸਥਾ ਇਹ ਕੈਂਪੇਨ ਕਦੋਂ ਤੋਂ ਚੱਲ ਰਹੀ ਹੈ, ਕਿਵੇਂ ਚੱਲ ਰਹੀ ਆ, ਖੂਨਦਾਨ ਦੇ ਕੈਂਪ ਬਹੁਤ ਲੱਗਦੇ ਨੇ, ਇਹਨਾਂ ਦੀ ਕੀ ਵਿਲੱਖਣਤਾ ਆ, ਤੇ ਕੈਨੇਡਾ ਭਰ ਦੇ ਵਿੱਚ ਐਡਾ ਵੱਡਾ ਖੂਨਦਾਨ ਕੈਂਪ ਕਿਸ ਢੰਗ ਤਰੀਕੇ ਨਾਲ ਆਰਗੇਨਾਈਜ਼ ਕੀਤਾ ਜਾਂਦਾ, ਕੀ ਮੁਸੀਬਤਾਂ ਕੀ ਰੁਕਾਵਟਾਂ ਹੋਈਆਂ, ਕਦੋਂ ਤੋਂ ਚੱਲ ਰਿਹਾ ਤੇ ਕਿੰਨੇ ਯੂਨਿਟਸ ਹੁਣ ਤੱਕ ਕੁੱਲ ਡੋਨੇਟ ਕਰ ਚੁੱਕੇ ਨੇ, ਆਪਣੇ ਆਪ 'ਚ ਇੱਕ ਰਿਕਾਰਡ ਇਹ ਵੀ ਸਾਬਤ ਹੋਇਆ। ਸਾਡੇ ਨਾਲ ਟੀਮ ਦੇ ਕੁਝ ਵਲੰਟੀਅਰਸ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰਣਜੀਤ ਸਿੰਘ ਪਨੇਸਰ ਜੀ ਤੇ ਮਨਿੰਦਰ ਸਿੰਘ ਧਾਲੀਵਾਲ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਕਾਲੂ ਸਾਹਿਬ, ਬਹੁਤ ਬਹੁਤ ਧੰਨਵਾਦ। ਪਨੇਸਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼ੁਰੂਆਤ ਕਰਦੇ ਹਾਂ। ਤੁਸੀਂ ਸੰਸਥਾ ਦੇ ਨਾਲ ਕਦੋਂ ਤੋਂ ਜੁੜੇ ਹੋ ਤੇ ਕਦੋਂ ਤੋਂ ਨਾਲ ਵਲੰਟੀਅਰ ਕਰ ਰਹੇ ਹੋ? ਕਾਲੂ ਸਾਹਿਬ, 2011 ਦੇ ਵਿੱਚ ਜਦੋਂ ਇਹ ਸੰਸਥਾ ਦੇ ਕੁਝ ਵਲੰਟੀਅਰ ਵੈਨਕੂਵਰ ਤੋਂ ਇੱਥੇ ਆਏ, ਉਹਨਾਂ ਨੇ ਸਾਨੂੰ ਇਨਸਪਾਇਰ ਕੀਤਾ ਕਿ ਤੁਸੀਂ ਵੀ ਇਸ ਬਲੱਡ ਡੋਨੇਸ਼ਨ ਦੇ ਵਿੱਚ ਸ਼ਾਮਲ ਹੋਵੋ, ਕਿਉਂਕਿ ਇਹ ਕੈਂਪੇਨ ਜਿਹੜੀ 1999 ਤੋਂ ਸ਼ੁਰੂਆਤ ਹੋ ਚੁੱਕੀ ਸੀ ਵੈਨਕੂਵਰ ਦੇ ਵਿੱਚ, BC ਤੋਂ ਸ਼ੁਰੂਆਤ ਹੋਈ ਸੀ। ਸੋ 2011 ਦੇ ਵਿੱਚ ਓਨਟਾਰੀਓ ਦੇ ਵਿੱਚ ਉੱਥੋਂ ਦੇ ਕੁਝ ਵਲੰਟੀਅਰ ਆਏ, ਕਿਉਂਕਿ ਸਾਰੀ ਵਲੰਟੀਅਰ ਬੇਸ ਸੰਸਥਾ ਹੈ। ਉਹਨਾਂ ਨੇ ਆ ਕੇ ਸਾਨੂੰ ਦੋਸਤਾਂ ਨੂੰ ਇਕੱਠਿਆਂ ਕੀਤਾ, ਸਾਨੂੰ ਸਮਝਾਇਆ ਕਿ ਇਹ ਕੈਂਪੇਨ ਹੈ ਜਿਹੜੀ ਕੈਂਪੇਨ ਅਗੇਂਸਟ ਜੈਨੋਸਾਈਡ, ਮੈਂ ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ ਦੇ ਬੈਨਰ ਥੱਲੇ ਕੰਮ ਕਰਦੀ ਹੈ ਤੇ ਪੂਰੀ ਵਲੰਟੀਅਰ ਬੇਸ ਸੰਸਥਾ ਹੈ, ਵੀ ਤੁਹਾਨੂੰ ਵੀ ਇਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਅਸੀਂ 2011 ਤੋਂ ਲੈ ਕੇ ਇਸ ਦੇ ਵਿੱਚ ਸ਼ਾਮਲ ਹਾਂ ਜੀ। ਤੁਸੀਂ ਧਾਲੀਵਾਲ ਸਾਹਿਬ? ਹਾਂਜੀ, ਮੈਨੂੰ ਤਕਰੀਬਨ 8 ਸਾਲ ਹੋ ਗਏ ਜੀ ਇਸ ਵਲੰਟੀਅਰ ਗਰੁੱਪ ਨਾਲ ਕੰਮ ਕਰਦਿਆਂ ਨੂੰ, ਇਸ ਮੁਹਿੰਮ ਨਾਲ ਕੰਮ ਕਰਦਿਆਂ ਨੂੰ। ਤੇ ਜਦੋਂ ਇਹਨਾਂ ਨੇ ਸ਼ੁਰੂ ਕੀਤੀ ਸੀ ਤੇ 2 ਸਾਲ ਬਾਅਦ ਫਿਰ ਮੈਂ ਵੀ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋ ਗਿਆ ਜੀ। ਬਿਲਕੁਲ ਠੀਕ। ਅੱਛਾ, ਖੂਨਦਾਨ ਨੂੰ ਬਹੁਤ ਅਹਿਮ ਦਾਨ ਮੰਨਿਆ ਜਾਂਦਾ ਜੀ, ਤੇ ਤੁਸੀਂ, ਮੈਂ ਉੱਥੋਂ ਹੀ ਤੁਹਾਡੀ ਵੈਨਕੂਵਰ ਟੀਮ ਜਿਹੜੇ ਆ ਡਾਕਟਰ ਸਾਹਿਬ ਨੇ, ਡਾਕਟਰ ਬਲਜਿੰਦਰ ਹੋਣੀ, ਸੁਖਦੀਪ ਸਿੰਘ ਹੋਣੀ, ਉਹਨਾਂ ਨਾਲ ਵੀ ਜਦੋਂ ਗੱਲਬਾਤ ਕਰੀ ਦੀ ਤੇ ਅਕਸਰ ਇਹੀ ਗੱਲ ਜ਼ਰੂਰ ਕਰੀਦੀ ਆ ਵੀ ਖੂਨਦਾਨ ਹੀ ਕਿਉਂ ਚੁਣਿਆ ਜੀ। ਤੇ ਕੀ ਤੁਹਾਡੇ ਤੱਕ ਵੀ ਸੇਮ ਉਹੀ ਮੈਸੇਜ ਇੱਥੇ ਪਹੁੰਚਦਾ ਵੀ ਖੂਨਦਾਨ ਹੀ ਕਿਉਂ ਚੂਜ਼ ਕੀਤਾ ਗਿਆ ਇਹਦੇ ਬਾਰੇ? ਬਿਲਕੁਲ ਜੀ, ਖੂਨਦਾਨ ਮਹਾਨ ਦਾਨ ਹੈ। ਕਿਸੇ ਦੀ ਜ਼ਿੰਦਗੀ ਨੂੰ ਬਚਾਉਣਾ, ਇਹਦੇ ਤੋਂ ਵੱਡਾ ਦਾਨ ਹੋ ਹੀ ਨਹੀਂ ਸਕਦਾ। ਔਰ ਦੂਸਰੀ ਗੱਲ, ਇਹ ਮੈਸੇਜ ਜਿਹੜਾ ਸਾਡੇ ਗੁਰੂ ਸਾਹਿਬਾਨ ਵੱਲੋਂ ਦਿੱਤਾ ਹੋਇਆ, ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਬੋ। ਸੋ ਸਾਰੀ ਜੇ ਦੁਨੀਆ ਇੱਕੋ ਹੀ ਹੈ, ਇੱਕੋ ਰੱਬ ਨੇ ਬਣਾਈ, ਇੱਕੋ ਜੇ ਸਾਰੇ ਅਸੀਂ ਹਾਂ, ਤੇ ਸਾਨੂੰ ਇੱਕ ਦੂਜੇ ਦੀ ਕੇਅਰ ਕਰਨੀ ਚਾਹੀਦੀ ਹੈ, ਇੱਕ ਦੂਜੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਇਸ ਕਰਕੇ ਖੂਨ ਜਿਹੜਾ ਆ ਉਹ ਸਾਰਿਆਂ ਨੂੰ ਕਨੈਕਟ ਕਰਦਾ ਹੈ, ਜੋੜਦਾ ਹੈ, ਚਾਹੇ ਉਹ ਕਿਸੇ ਕਾਲੇ ਬੰਦੇ ਦਾ, ਗੋਰੇ ਬੰਦੇ ਦਾ, ਆਪਣਾ ਹੈ, ਜਾਂ ਤੁਹਾਡਾ ਹੈ, ਜਾਂ ਕਿਸੇ ਦਾ ਵੀ ਹੈ। ਪਤਾ ਨਹੀਂ ਤੁਹਾਡਾ ਦਿੱਤਾ ਖੂਨ ਕਿਹਦੀ ਜਾਨ ਬਚਾ ਸਕਦਾ। ਤਾਂ ਉਸ ਬੇਸ ਤੇ ਇਹ ਕੈਂਪੇਨ ਚੱਲੀ ਹੋਈ ਹੈ। ਗੁਰੂ ਨਾਨਕ ਦੇਵ ਸਾਹਿਬ ਦਾ ਦਿੱਤਾ ਹੋਇਆ ਫਲਸਫਾ ਆ, ਉਹਨੂੰ ਫਾਲੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸਾਰੀ ਦੁਨੀਆ ਨੂੰ ਇਕੱਠਾ ਕੀਤਾ ਜਾਵੇ। ਤੇ ਖੂਨ ਨਾਲੋਂ ਵਧੀਆ ਕੰਮ ਹੋਰ ਨਹੀਂ ਹੋ ਸਕਦਾ, ਕਿਉਂਕਿ ਹੋਰ ਕਿਤੇ ਤਾਂ ਬਣ ਨਹੀਂ ਸਕਦਾ ਨਾ। ਇੱਕ ਹਿਊਮਨ ਬਾਡੀ ਚੋਂ ਨਿਕਲ ਕੇ ਕਿਸੇ ਦੂਸਰੀ ਹਿਊਮਨ ਬਾਡੀ ਜਾ ਸਕਦਾ, ਸਿੰਥੈਟਿਕਲੀ ਨਹੀਂ ਬਣਾਇਆ ਜਾ ਸਕਦਾ, ਲੈਬ 'ਚ ਨਹੀਂ ਬਣ ਸਕਦਾ। ਸੋ ਇੱਕ ਸਰੀਰ ਚੋਂ ਨਿਕਲ ਕੇ ਕਿਤੇ ਜਾਣਾ, ਸੋ ਇਹ ਕਨੈਕਟ ਕਰਦਾ ਇੱਕ ਦੂਸਰੇ ਨੂੰ, ਇਸ ਕਰਕੇ ਸਾਰਿਆਂ ਨਾਲੋਂ ਵਧੀਆ ਦਾਨ ਹੈ। ਅੱਛਾ, ਇੱਥੇ ਓਨਟਾਰੀਓ ਦੇ ਵਿੱਚ ਵੀ ਨਾਲ ਜਿੱਦਾਂ, ਕਿਉਂਕਿ ਉੱਥੇ ਤੇ ਆਲਰੇਡੀ ਪ੍ਰੋਗਰਾਮ ਹੋ ਚੁੱਕਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਇੱਥੇ ਵੀ ਨਾਲ ਦੇ ਨਾਲ ਚੱਲਦਾ ਪਿਆ ਜੀ ਪ੍ਰੋਗਰਾਮ, ਕਿ ਜਾਂ ਫਿਰ ਅਜੇ ਆਉਣ ਵਾਲਾ ਕੋਈ ਦਿਨ ਸੀਮਤ ਕੀਤਾ ਗਿਆ, ਕਦੋਂ ਕੋਈ ਆ ਕੇ ਕਿਵੇਂ ਤੇ ਕਿੱਥੇ ਦਾਨ ਕਰ ਸਕਦਾ? ਜੀ, ਵੈਨਕੂਵਰ ਦੇ ਨਾਲ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਿਸ ਦੇ ਵਿੱਚ ਸ਼ੁਰੂ ਹੋ ਚੁੱਕਿਆ ਜੀ। ontario ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਅਕਤੂਬਰ 31 ਤੋਂ ਸ਼ੁਰੂ ਹੋ ਚੁੱਕਿਆ। ਪਹਿਲੀ ਕਲੀਨਿਕ ਸੀਗੀ ਟੋਰਾਂਟੋ ਟੋਬੀਕੋ 'ਚ, ਤੇ ਉਸ ਤੋਂ ਬਾਅਦ ਬ੍ਰੈਂਟਫੋਰਡ, ਤੇ ਪਿਛਲੇ ਵੀਕਐਂਡ ਬਰੈਂਪਟਨ ਦੇ ਵਿੱਚ ਨਵੰਬਰ 5 ਤੇ 6 ਨੂੰ ontario ਦੀਆਂ ਸਭ ਤੋਂ ਵੱਡੀਆਂ ਕਲੀਨਿਕਸ ਲੱਗੀਆਂ, ਜਿੱਥੇ ਸਾਨੂੰ ਕਮਿਊਨਿਟੀ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ। ਤੇ ਇਸ ਦੇ ਨਾਲ ਆਟਵਾ ਵੀ ਕਲੀਨਿਕ ਲੱਗ ਚੁੱਕੀ ਹੈ, ਤੇ ਉਸ ਦੇ ਨਾਲ ਵਿੰਜ਼ਰ ਵੀ ਪਿਛਲੇ ਵੀਕਐਂਡ ਨਵੰਬਰ 5 ਨੂੰ ਇੱਕ ਕਲੀਨਿਕ ਬਹੁਤ ਸਫਲਤਾ ਨਾਲ ਸਿਰੇ ਚੜ੍ਹੀ। ਤਾਂ ਜੇ ਤੁਸੀਂ ਦੇਖੋ, ontario ਦੇ ਇੱਕ ਪਾਸੇ ਆਟਵਾ ਹੈ ਤੇ ਦੂਜੇ ਪਾਸੇ ਵਿੰਜ਼ਰ ਹੈ, ਐਂਡ ਟੂ ਐਂਡ ਪਿਛਲੇ ਵੀਕਐਂਡ ਇਹ ਲਹਿਰ ਚੱਲ ਰਹੀ ਸੀਗੀ। ਤੇ ਕਿੰਨਾ ਫਿਰ ਇਹ ਵਲੰਟੀਅਰਸ ਹੀ ਸਾਰਾ ਕੰਮ ਕਰਦੇ, ਕਿਵੇਂ ਦੇਖਦੇ ਹੋ? ਕਿਉਂਕਿ ਇੰਨਾ ਖੇਤਰਫਲ ਕਵਰ ਕਰਨਾ, ਸਾਰੇ ਕੁਛ ਨੂੰ ਮੈਨੇਜ ਕਰਨਾ, ਆਰਗੇਨਾਈਜ਼ ਕਰਨਾ, ਤੇ ਇੱਕ ਆਰਗੇਨਾਈਜ਼ਡ ਢੰਗ ਤਰੀਕੇ ਨਾਲ ਸੰਪੂਰਨ ਕਰਨਾ, ਇਹ ਵੱਡਾ ਟਾਸਕ ਆ ਜਾਂਦਾ। ਬਿਲਕੁਲ ਟਾਸਕ ਹੈ, ਬੜਾ ਵੱਡਾ ਆਰਗੇਨਾਈਜ਼ ਤਰੀਕੇ ਨਾਲ ਚੱਲਦੀ ਹੋਈ ਕੈਂਪੇਨ ਹੈ। ਇਹ ਦੇਖੋ, ਇੱਕ ਸ਼ਹਿਰ ਤੋਂ ਚੱਲੀ ਹੋਈ ਪੂਰੇ ਕੈਨੇਡਾ ਦੇ ਵਿੱਚ, ਜਿਵੇਂ ਮਨਿੰਦਰ ਨੇ ਗੱਲ ਕੀਤੀ ਹੈ, ਅਲਬਰਟਾ ਦੇ ਵਿੱਚ ਵੀ, ਵਿਨੀਪੈਗ ਦੇ ਵਿੱਚ, ਸਸਕੈਚੁਅਨ ਦੇ ਵਿੱਚ, US ਦੇ ਕੁਝ ਸ਼ਹਿਰਾਂ ਦੇ ਵਿੱਚ ਹਰ ਨਵੰਬਰ ਦੇ ਵਿੱਚ ਜਾਨਾਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਇਸ ਦਾ ਦੇਖੋ ਟਾਰਗੇਟ ਹੁਣ ਤੱਕ ਕਿੰਨਾ ਪਹੁੰਚ ਚੁੱਕਿਆ, 1,65,000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਨੇ। ਇਕੱਲੇ ਕੈਨੇਡਾ ਦਾ ਫਿਗਰ ਹੈ ਆਪਾਂ ਕਰਦੇ ਹਾਂ। ਤੇ ਇਹ ਬਿਲਕੁਲ 1,65,000 ਮਤਲਬ ਡੋਨੇਟ ਕੀਤਾ ਜਾ ਸਕਿਆ ਇੰਨੇ ਲੋਕਾਂ ਨੂੰ, ਕਿ ਕਿੱਦਾਂ ਜਾਨਾਂ ਬਚਾਈਆਂ ਜਾ ਚੁੱਕੀਆਂ? ਕੈਨੇਡੀਅਨ ਬਲੱਡ ਸਰਵਿਸਿਜ਼ ਕੈਨੇਡਾ ਦੇ ਵਿੱਚ ਇੱਕੋ ਹੀ ਐਸੀ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਬਲੱਡ ਲੈਂਦੀ ਆ ਪੂਰੇ ਕੈਨੇਡਾ ਦੇ ਵਿੱਚ। ਤੁਸੀਂ ਜਿੱਥੇ ਵੀ ਜਾਣਾ, ਉਹਨਾਂ ਨੇ ਬਲੱਡ ਤੁਹਾਡਾ ਲੈਣਾ, ਤੇ ਜਿਹਨੂੰ ਜ਼ਰੂਰਤ ਹੋਣੀ ਉਹਨਾਂ ਨੇ ਦੇ ਦੇਣਾ। ਸੋ ਉਹਨਾਂ ਨੇ ਇੱਕ ਫਿਗਰ ਆਊਟ ਕਰਕੇ ਸਾਨੂੰ ਇੱਕ ਨੰਬਰ ਦਿੱਤਾ ਹੈ
ਕਿ ਤੁਹਾਡੇ ਵਲੰਟੀਅਰਸ ਦੁਆਰਾ ਦਿੱਤੇ ਹੋਏ ਖੂਨ ਦੇ ਨਾਲ ਹੁਣ ਤੱਕ 1,65,000 ਜਾਨਾਂ ਬਚ ਚੁੱਕੀਆਂ ਨੇ। ਸੋ ਕਹਿੰਦੇ ਹੁੰਦੇ ਨੇ ਵੀ ਤੁਸੀਂ ਇੱਕ ਵਾਰੀ ਖੂਨਦਾਨ ਕਰੋ ਤੇ 3 ਜਾਨਾਂ ਬਚ ਸਕਦੀਆਂ ਨੇ। ਹੋ ਸਕਦਾ ਹੈ ਕਈ ਵਾਰੀ ਉਸ ਤੋਂ ਵੱਧ ਵੀ ਹੋ ਸਕਦੇ ਨੇ, ਘੱਟ ਵੀ ਹੋ ਸਕਦੇ ਨੇ। ਸੋ ਇਹ ਕੈਨੇਡੀਅਨ ਬਲੱਡ ਸਰਵਿਸਿਜ਼ ਦਾ ਦਿੱਤਾ ਹੋਇਆ ਇਹ ਇੱਕ ਫਿਗਰ ਹੈ ਕਿ ਪਿਛਲੇ ਸਾਲ ਦਸੰਬਰ ਤੱਕ 1,65,000 ਜਾਨਾਂ ਬਚਾਈਆਂ ਜਾ ਚੁੱਕੀਆਂ ਨੇ। ਤੁਸੀਂ ਕਿਹਾ ਵੀ ਕਿਵੇਂ ਮੈਨੇਜ ਕਰਦੇ ਹੋ? ਕਿ ਮੈਨੇਜ ਤਾਂ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਜੀ। ਅਸੀਂ ਆਪ ਸ਼ੁਰੂਆਤ ਕੀਤਾ, ਸਾਨੂੰ ਨਹੀਂ ਸੀ ਪਤਾ ਵੀ ਕਿਵੇਂ ਚੱਲਣਾ। ਜਦੋਂ ਜਿਵੇਂ ਆਪਾਂ ਹੁਣ ਮੀਡੀਆ ਨੂੰ ਯੂਜ਼ ਕਰ ਰਹੇ ਹਾਂ, ਪ੍ਰਾਈਮ ਏਸ਼ੀਆ ਦਾ ਧੰਨਵਾਦ ਕਰਦੇ ਹਾਂ ਕਿ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਇਸੇ ਤਰ੍ਹਾਂ ਜਦੋਂ ਅਸੀਂ 2011 'ਚ ਪਹਿਲੇ ਦਿਨ ਸ਼ੁਰੂਆਤ ਕੀਤੀ, ਅਸੀਂ 2 ਰੇਡੀਓ 'ਤੇ ਇੱਥੇ ਬੋਲਿਆ। ਅੱਛਾ, ਰਿਸਪੌਂਸ ਬੜਾ ਵਧੀਆ ਸੀ। ਉੱਥੋਂ ਲੋਕਾਂ ਨੇ ਆਉਣਾ ਸ਼ੁਰੂ ਕੀਤਾ। ਜਿਵੇਂ ਵਿੰਡਸਰ ਦੀ ਗੱਲ ਕੀਤੀ ਹੈ, ਵਿੰਡਸਰ ਇੱਥੋਂ 200 ਕਿਲੋਮੀਟਰ ਦੂਰ ਆ, ਆਟਵਾ ਵੀ ਇੰਨਾ ਹੀ ਦੂਰ ਹੈ, 5 ਘੰਟੇ ਦੀ ਡਰਾਈਵ ਹੈ ਆਟਵਾ ਦੀ ਵੀ। ਸੋ ਆਟਵਾ, ਵਿੰਡਸਰ, ਦੂਜੇ ਸ਼ਹਿਰਾਂ ਦੇ ਜਿੰਨੇ ਵਲੰਟੀਅਰ ਨੇ, ਮੀਡੀਆ ਦੇ ਰਾਹੀਂ ਉਹਨਾਂ ਨੇ ਸੁਣਿਆ ਵੀ ਇਹ ਕੈਂਪੇਨ ਓਨਟਾਰੀਓ 'ਚ ਆ ਗਈ ਹੈ ਤੇ ਅਸੀਂ ਵੀ ਕਰਨਾ ਚਾਹੁੰਦੇ ਹਾਂ। ਸਾਨੂੰ ਕਹਿੰਦੇ ਵੀ ਅਸੀਂ ਵੀ ਸ਼ੁਰੂ ਕਰੀਏ। ਅਸੀਂ ਕਿਹਾ ਤੁਸੀਂ ਵੀ ਸ਼ੁਰੂ ਕਰੋ। ਕਰਨਾ ਤਾਂ ਕੁਝ ਵੀ ਨਹੀਂ, ਖੂਨਦਾਨ ਕਰਨਾ। ਕੋਈ ਰਜਿਸਟਰ ਕਰਨ ਦੀ ਲੋੜ ਨਹੀਂ, ਕੋਈ ਸੰਸਥਾ ਬਣਾਉਣ ਦੀ ਲੋੜ ਨਹੀਂ, ਕਿਤੇ ਤੁਹਾਨੂੰ ਮੈਂਬਰਸ਼ਿਪ ਲੈਣ ਦੀ ਲੋੜ ਨਹੀਂ। ਆਲਰੇਡੀ ਗੁਰੂ ਸਾਹਿਬ ਦਾ ਦਿੱਤਾ ਹੋਇਆ ਸਿਧਾਂਤ ਆ, ਉਹਨੂੰ ਫਾਲੋ ਕਰੋ ਤੇ ਤੁਸੀਂ ਆਪੋ ਆਪਣੇ ਸ਼ਹਿਰ ਦੇ ਵਿੱਚ ਜਾਨਾਂ ਬਚਾਉਣੀਆਂ ਸ਼ੁਰੂ ਕਰੋ। ਸੋ ਉਸੇ ਤਰੀਕੇ ਨਾਲ ਇਹ ਆਟਵਾ ਤੋਂ ਲੈ ਕੇ ਵਿੰਡਸਰ ਤੱਕ ਹੁਣ ਤੱਕ ਇੱਥੇ 15 ਲੋਕੇਸ਼ਨਸ ਨੇ ਸਾਡੀਆਂ। ਬਾਕੀ ਦੀਆਂ ਹਾਲੇ ਰਹਿੰਦੀਆਂ ਨੇ, ਆਉਣ ਵਾਲੇ ਵੀਕਐਂਡ ਤੇ ਹਾਲੇ ਹੋਰ ਕਲੀਨਿਕਸ ਲੱਗਣੀਆਂ ਨੇ। ਅੱਛਾ, ਲੋਕਾਂ ਨੂੰ ਘਰੋਂ ਲੈ ਕੇ ਆਉਣਾ ਬਹੁਤ ਔਖਾ ਹੁੰਦਾ ਆ ਜੀ ਜੀ। ਇੱਥੇ ਜਦੋਂ ਵੋਟਾਂ ਹੁੰਦੀਆਂ ਨਾ, ਵੋਟਾਂ ਦੇ ਵਿੱਚ ਵੀ ਅਸੀਂ ਮਤਦਾਨ ਵੇਖਦੇ ਹਾਂ ਵੀ 100 ਚੋਂ ਕਈ ਵਾਰੀ 25% ਹੀ ਰਹਿ ਜਾਂਦਾ, ਕੁਝ ਇਲਾਕਿਆਂ ਦਾ 30% ਹੀ ਬਹੁਤ ਹੱਦ ਤੱਕ ਕਿਤੇ ਆ ਵੀ ਤਾਂ ਜਾਂਦਾ। ਇਹ ਤੇ ਇੱਕ ਹੋਰ ਕਾਜ਼ ਆ ਗਿਆ, ਡਿਫਰੈਂਟ ਆ ਗਿਆ ਨਾ। ਉਹ ਤੇ ਅਸੀਂ ਵੱਖਰੀਆਂ ਦੋਵੇਂ, ਉੱਥੇ ਲੋਕ ਘਰੋਂ ਨਹੀਂ ਨਿਕਲਦੇ। ਤੇ ਇਸ ਕਾਜ਼ ਲਈ ਲੋਕਾਂ ਨੂੰ ਘਰੋਂ ਕੱਢਣਾ ਕਿੰਨਾ ਕੁ ਮੁਸ਼ਕਿਲ ਆ, ਜਾਂ ਸਮਝਾਇਆ ਕਿੱਦਾਂ ਜਾਂਦਾ ਹੈ, ਕਿਵੇਂ ਪ੍ਰੇਰਿਤ ਕੀਤਾ ਜਾਂਦਾ, ਉਹਦੇ ਬਾਬਤ ਕੀ ਸਟ੍ਰੈਟਜੀ ਤੁਸੀਂ ਵਰਤਦੇ ਹੋ? ਹੁਣ ਜਿਵੇਂ ਆਪਾਂ ਤੁਸੀਂ ਇਸ ਸਵਾਲ ਤੇ ਪਿਛਲੇ ਸਵਾਲ ਨੂੰ ਜੇ ਦੋਨਾਂ ਨੂੰ ਇਕੱਠਾ ਕਰਕੇ ਵੀ ਆਪਾਂ ਦੇਖ ਲਈਏ ਕਿ ਬਹੁਤ ਵੱਡਾ ਕੰਮ ਹੈ, ਇਹ ਕਿਵੇਂ ਨੇਪਰੇ ਚਾੜਿਆ ਜਾਂਦਾ ਹੈ, ਕਿਵੇਂ ਲੋਕਾਂ ਨੂੰ ਇਸ ਕੰਮ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸੋ ਸਾਰਿਆਂ ਤੋਂ ਪਹਿਲਾਂ ਤਾਂ ਜਿੱਦਾਂ ਆਪਾਂ ਗੱਲ ਕਰ ਚੁੱਕੇ ਹਾਂ ਵੀ ਟੋਟਲੀ ਇੱਕ ਵਲੰਟੀਅਰ ਬੇਸਡ ਮੁਹਿੰਮ ਹੈਗੀ ਹੈ। ਤਾਂ ਕੀ ਹੁੰਦਾ ਹੈ ਕਿ ਜਿੱਦਾਂ ਅਸੀਂ ਅੰਟਾਰੀਓ ਵਿੱਚ ਆਟਵਾ ਤੋਂ ਲੈ ਕੇ ਵਿੰਡਸਰ ਤੱਕ ਕਲੀਨਿਕਸ ਲਾਉਂਦੇ ਹਾਂ, ਤਾਂ ਸਾਰੇ ਸ਼ਹਿਰਾਂ ਦੇ ਵਿੱਚ ਸਾਡੇ ਕੋਲ ਵਲੰਟੀਅਰਸ ਨੇ ਜਿਹੜੇ ਲੋਕਲੀ ਆਪਣੀ ਕਮਿਊਨਿਟੀ ਵਿੱਚ, ਆਪਣੇ ਸ਼ਹਿਰ ਵਿੱਚ ਕੰਮ ਕਰਦੇ ਆ। ਕੋਈ ਇਹਦੇ ਵਿੱਚ ਕੋਈ ਸੈਂਟਰਲਾਈਜ਼ ਬਹੁਤ ਵੱਡਾ ਹੈ ਨਹੀਂ ਵੀ ਕਿਉਂਕਿ ਕੋਈ ਪ੍ਰਧਾਨ ਆਊਗਾ ਜਾਂ ਪ੍ਰੈਜ਼ੀਡੈਂਟ ਆਊਗਾ ਤੇ ਉਹਦੀ ਸਪੀਚ ਤੋਂ ਬਾਅਦ ਹੀ ਕੰਮ ਸ਼ੁਰੂ ਹੋਊਗਾ। ਸਾਰੇ ਵਲੰਟੀਅਰ ਆਪਣੇ ਤਰੀਕੇ ਨਾਲ ਸਿੱਖੀ ਦੇ ਸਿਧਾਂਤ ਤੋਂ ਸੇਧ ਲੈ ਕੇ ਕੰਮ ਕਰਦੇ ਨੇ ਤੇ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ। ਤੇ ਅਕਸਰ ਇਸ ਤਰ੍ਹਾਂ ਹੁੰਦਾ, ਹਰੇਕ ਸਾਲ ਤਕਰੀਬਨ ਅਸੀਂ ਅਪ੍ਰੈਲ ਦੇ ਮਹੀਨੇ ਤੋਂ ਕੈਨੇਡੀਅਨ ਬਲੱਡ ਸਰਵਿਸਿਜ਼ ਨਾਲ ਕੋਆਰਡੀਨੇਟ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਕਿਹੜੇ ਸ਼ਹਿਰਾਂ ਵਿੱਚ ਕਿੱਥੇ ਕਲੀਨਿਕ ਲਾਈ ਜਾਊਗੀ। ਲੋਕੇਸ਼ਨ ਕਨਫਰਮ ਹੋ ਜਾਂਦੀ ਹੈ, ਸਲੋਟਸ ਕਨਫਰਮ ਹੋ ਜਾਂਦੇ ਨੇ। ਉਹ ਤੋਂ ਬਾਅਦ ਸਾਡੀ ਬੈਕ ਐਂਡ ਫੋਰਥ ਕਮਿਊਨੀਕੇਸ਼ਨ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਵਲੰਟੀਅਰ ਹਰੇਕ ਸ਼ਹਿਰ ਦੇ ਵਿੱਚ ਆਪਣੇ ਤਰੀਕੇ ਨਾਲ ਡੋਨਰਸ ਨਾਲ, ਜਿਹੜੇ ਖੂਨਦਾਨ ਕਰਨ ਵਾਲੇ ਸੱਜਣ ਨੇ, ਉਹਨਾਂ ਨਾਲ ਕਮਿਊਨੀਕੇਟ ਕਰਨਾ ਸ਼ੁਰੂ ਕਰ ਦਿੰਦੇ ਨੇ, ਗੱਲਬਾਤ ਕਰਨਾ ਸ਼ੁਰੂ ਕਰ ਦਿੰਦੇ। ਕਈ ਵਾਰ ਕੋਈ ਕਮਿਊਨਿਟੀ 'ਚ ਇਵੈਂਟ ਹੁੰਦਾ ਹੈ, ਉੱਥੇ ਜਾ ਕੇ ਟੇਬਲ ਲਾ ਲਿਆ ਜਾਂਦਾ, ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਵੀ ਇਹ ਖੂਨਦਾਨ ਕਿਉਂ ਕੀਤਾ ਜਾਂਦਾ, ਇਸ ਦਾ ਕੀ ਮਕਸਦ ਹੈ, ਕਿਵੇਂ ਤੁਸੀਂ ਆ ਕੇ ਇਸ ਨੂੰ ਸਪੋਰਟ ਕਰ ਸਕਦੇ ਹੋ। ਸਾਡੇ ਕੋਲ ਇੱਦਾਂ ਦੇ ਬਹੁਤ ਸਾਰੇ ਸੱਜਣ ਨੇ, ਵੀਰ ਨੇ, ਭੈਣਾਂ ਨੇ ਜਿਹੜੇ ਉਹ ਆਪ ਖੂਨਦਾਨ ਨਹੀਂ ਕਰ ਸਕਦੇ ਪਰ ਉਹ ਆ ਕੇ ਵਲੰਟੀਅਰ ਕਰਦੇ ਨੇ। ਦੂਜੇ ਜਿਹੜੇ ਖੂਨਦਾਨ ਕਰਨ ਵਾਲੇ ਨੇ ਉਹਨਾਂ ਨੂੰ ਪ੍ਰੇਰਿਤ ਕਰਦੇ ਨੇ, ਉਹਨਾਂ ਨੂੰ ਕਾਲਸ ਕਰਦੇ ਨੇ। ਤੇ ਸਾਡਾ ਜਿਹੜਾ ਸਾਰਾ ਹੁੰਗਾਰਾ ਇਹ ਕਮਿਊਨਿਟੀ ਵੱਲੋਂ ਇੰਨਾ ਵਧੀਆ ਤਰੀਕੇ ਨਾਲ ਮਿਲਦਾ ਕਿ ਉਸ ਤੋਂ ਸਾਨੂੰ ਬੜੀ ਉਤਸ਼ਾਹ ਮਿਲਦਾ ਤੇ ਜਿਹੜੇ ਬਾਕੀ ਵਲੰਟੀਅਰ ਜਿਨ੍ਹਾਂ ਨੂੰ ਬਹੁਤ ਉਤਸ਼ਾਹ ਮਿਲਦਾ। ਤੇ ਉਸ ਤੋਂ ਬਾਅਦ ਜਿਵੇਂ ਕਹਿ ਦਿੰਦੇ ਵੀ ਛੋਟਾ ਜਿਹਾ ਸ਼ੁਰੂ ਹੋ ਕੇ ਕਾਫਲਾ ਜਦੋਂ ਤੱਕ ਡੇਟਸ ਆਉਂਦੀਆਂ ਨੇ ਇੱਕ ਵੱਡਾ ਕਾਫਲਾ ਬਣ ਜਾਂਦਾ। ਤੇ ਆਪਣੇ ਆਪ ਹੀ ਹੁਣ ਜਿੱਦਾਂ ਅਸੀਂ ਤੁਹਾਨੂੰ ਪਿਛਲੇ ਹਫਤੇ ਦੇ ਸ਼ਨੀਚਰਵਾਰ ਤੇ ਐਤਵਾਰ ਦੇ ਬਰੈਂਪਟਨ ਦੀ ਕਲੀਨਿਕਸ ਦੀ ਗੱਲ ਕਰੀਏ, ਸਾਨੂੰ ਐਡਾ ਵੱਡਾ ਹੁੰਗਾਰਾ ਮਿਲਿਆ। ਜਿੰਨੇ ਸਲੋਟਸ ਐਲੋਕੇਟ ਕੀਤੇ ਗਏ ਸੀਗੇ ਉਹਨਾਂ ਨਾਲੋਂ ਕਿਤੇ ਵੱਧ ਕੇ ਜਿਹੜੇ ਖੂਨਦਾਨ ਕਰਨ ਵਾਲੇ ਉੱਥੇ ਪਹੁੰਚੇ। ਤੇ ਹਾਲਾਂਕਿ ਇਸ ਤਰ੍ਹਾਂ ਵੀ ਹੋਇਆ ਕਿ ਕੁਝ ਸੱਜਣ ਨਹੀਂ ਦਾਨ ਕਰ ਸਕੇ, ਪਰ ਫਿਰ ਵੀ ਸਾਡੇ ਕੋਲ ਕਿਉਂਕਿ ਇੰਨਾ ਬੈਕਲੌਗ ਸੀਗਾ, ਅਸੀਂ ਉਹਨਾਂ ਦੇ ਸਾਰੇ ਸਲੋਟ ਪੂਰੇ ਕੀਤੇ। ਅੱਛਾ, ਕੋਈ ਕਿੱਦਾਂ ਨਾਲ ਜੁੜ ਸਕਦਾ ਆਖਿਰ ਦੇ ਵਿੱਚ ਜਾਂਦੇ ਵੀ ਜੇ ਕਿਸੇ ਨੇ ਹੁਣ ਹਿੱਸਾ ਬਣਨਾ ਹੈ, ਸਮਾਂ ਰਹਿੰਦਾ ਆ, ਕੋਈ ਖੂਨਦਾਨ ਕਰਨਾ ਚਾਹੁੰਦਾ, ਕਿੱਦਾਂ ਸੰਪਰਕ ਕਰੇ, ਕਿੱਥੇ ਰਜਿਸਟਰ ਕਰੇ ਜਾ ਕੇ? ਉਸ ਤੋਂ ਪਹਿਲਾਂ ਮੈਂ ਨਾ ਇਸ ਚੀਜ਼ ਨੂੰ ਐਲੈਬੋਰੇਟ ਕਰਨਾ ਚਾਹੁੰਦਾ। ਤੁਸੀਂ ਕਿਹਾ ਵੀ ਲੋਕ ਕਿਵੇਂ ਜੁੜੇ। ਲੋਕ ਜੁੜਦੇ ਨੇ ਕਾਜ਼ ਦੇ ਨਾਲ। ਇਹ ਕੈਂਪੇਨ ਸਿਰਫ ਬਲੱਡ ਡੋਨੇਸ਼ਨ ਨਹੀਂ ਹੈ ਵੀ ਬਲੱਡ ਡੋਨੇਟ ਤਾਂ ਕੋਈ ਵੀ ਕਰਦਾ ਦੁਨੀਆ 'ਚ। ਪਹਿਲਾਂ ਵੀ ਇੱਥੇ ਕੈਨੇਡਾ ਦੇ ਵਿੱਚ ਆਏ ਹੋਏ ਲੋਕ ਜਿਹੜੇ ਕਹਿ ਸਕਦੇ ਹਾਂ ਕੈਨੇਡੀਅਨ ਲੋਕ ਪਹਿਲਾਂ ਕਰਦੇ ਸੀ। ਸਾਡੀ ਕਮਿਊਨਿਟੀ ਤਾਂ ਬਹੁਤ ਪਿੱਛੇ ਸੀ ਬਲੱਡ ਡੋਨੇਸ਼ਨ ਦੇ ਵਿੱਚ। ਲੋਕ ਜੁੜੇ ਕਾਜ਼ ਦੇ ਨਾਲ। ਕਾਜ਼ ਕੀ ਹੈ? 1984 ਦੇ ਵਿੱਚ ਹੋਣਾ ਕਤਲੇਆਮ, ਬੇਦੋਸ਼ੇ ਲੋਕਾਂ ਦਾ, ਹਜ਼ਾਰਾਂ ਲੋਕਾਂ ਦਾ ਖੂਨ ਡੁੱਲ ਜਾਣਾ ਤੇ ਕਿਸੇ ਨੂੰ ਕੋਈ ਸਜ਼ਾ ਨਾ ਮਿਲਣੀ।
ਲੋਕਾਂ ਦੇ ਵਿੱਚ ਇੱਕ ਰੋਸ ਸੀ। ਬੜੇ ਲੋਕਾਂ ਨੇ ਉਹਦੇ ਬਾਅਦ ਇੱਥੇ ਕਈ ਕੁਝ ਹੋਇਆ ਹੋਊਗਾ, ਹੋ ਸਕਦਾ ਕੁਝ ਲੋਕਾਂ ਨੇ ਫੰਡ ਰੇਜ਼ ਕੀਤੇ ਹੋਣਗੇ, ਕੁਝ ਲੋਕਾਂ ਨੇ ਕਈ ਤਰੀਕੇ ਦੇ ਕੰਮ ਕੀਤੇ ਹੋਣਗੇ। ਇੱਕ ਕਾਜ਼ ਐਸਾ ਸੀ ਕਿ 1984 'ਚ ਸਾਡਾ ਖੂਨ ਬਹੁਤ ਡੁੱਲਿਆ, ਇਨਸਾਫ ਨਹੀਂ ਮਿਲਿਆ, ਪਰ ਆਪਾਂ ਕਰ ਕੀ ਸਕਦੇ ਹਾਂ? ਕਹਿੰਦੇ ਵੀ ਆਪਾਂ ਜਾਨ ਤਾਂ ਬਚਾ ਸਕਦੇ ਹਾਂ ਨਾ। ਉਹਨਾਂ ਯਾਦਾਂ ਨੂੰ, ਉਹਨਾਂ ਗਈਆਂ ਹੋਈਆਂ ਜਾਨਾਂ ਨੂੰ ਯਾਦ ਕਰਦੇ ਹੋਏ ਕਿ ਉਹਨਾਂ ਨਵੰਬਰ 84 'ਚ ਆਪਾਂ ਜਾਨਾਂ ਬਚਾਈਏ। ਸੋ ਇਹ ਮੈਸੇਜ ਆ ਜਿਹੜਾ ਲੋਕਾਂ ਨੂੰ ਜੋੜਦਾ ਨਾਲ। ਅੱਛਾ, ਲਾਸਟ ਵਿੱਚ ਜਰੂਰ ਦੱਸ ਦਿਓ ਜਾਂਦੇ ਜਾਂਦੇ ਵੀ ਕੋਈ ਜੁੜ ਕਿੱਦਾਂ ਸਕਦਾ, ਕਿੱਥੇ ਕੰਟੈਕਟ ਕਰੇ ਤੇ ਕਿਵੇਂ ਕਰੇ? ਜੀ, ਓਨਟਾਰੀਓ ਦੀ ਕੈਂਪੇਨ ਵਾਸਤੇ ਸਾਡਾ ਇੱਕੋ ਟੈਲੀਫੋਨ ਨੰਬਰ ਹੈ ਪੂਰੇ ਓਨਟਾਰੀਓ ਦੇ ਵਿੱਚ, 647 708 1984 ਨੰਬਰ ਤੇ ਕਾਲ ਕਰਕੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅੱਛਾ, ਪਿਛਲੇ ਕਈ ਸਾਲਾਂ ਤੋਂ ਤੁਸੀਂ ਵੀ ਹਿੱਸੇ ਹੋ, ਉਸ ਤੋਂ ਪਹਿਲਾਂ ਦਾ ਇਹ ਸਾਰਾ ਕੁਝ ਜਿਹੜਾ ਪ੍ਰੋਗਰਾਮ ਚੱਲਦਾ ਪਿਆ, ਹੁਣ ਤੱਕ ਦੀਆਂ ਫਿਗਰਸ ਕੀ ਕਹਿੰਦੀਆਂ ਨੇ? ਟੋਟਲ ਕੁਝ ਅੰਕੜਾ ਜਾਂ ਟੋਟਲ ਕੁਝ ਨੰਬਰ ਹੈ ਆਪਣੇ ਕੋਲ ਸਾਰੇ ਕੁਝ? ਜੀ ਹਾਂਜੀ, ਹੁਣ ਤੱਕ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਸਾਰੇ ਕੈਨੇਡਾ ਦਾ ਇੱਕੋ ਹੀ ਨੰਬਰ ਹੈ। ਹੁਣ ਤੱਕ ਇਸ ਕੈਂਪੇਨ ਵੱਲੋਂ 1,65,000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਨੇ। ਤੇ ਜਿਹੜਾ ਨੰਬਰ ਹੈ ਇਹ ਦਸੰਬਰ 2021 ਤੱਕ ਦਾ ਹੈਗਾ। ਇਸ ਨੰਬਰ ਦੇ ਵਿੱਚ ਜਿਹੜਾ 2020 ਦਾ ਨੰਬਰ ਆ ਉਹ ਐਡ ਨਹੀਂ ਹੋਇਆ, ਕਿਉਂਕਿ ਜਿਹੜੇ ਡੋਨਰਸ ਨੇ ਉਹ ਜਨਵਰੀ ਤੋਂ ਲੈ ਕੇ ਹੀ ਬਲੱਡ ਡੋਨੇਟ ਕਰਨਾ ਸ਼ੁਰੂ ਕਰ ਦਿੰਦੇ, ਕਿਉਂਕਿ ਸ਼ਾਇਦ ਪਤਾ ਹੋਊਗਾ ਕਿ ਪਿਛਲੇ 2 ਸਾਲ ਤੋਂ ਕਾਫੀ ਘਾਟ ਹੈਗੀ ਹੈ ਬਲੱਡ ਦੀ। ਕੈਨੇਡਾ ਨੂੰ ਕਾਫੀ ਲੋੜ ਹੈਗੀ ਹੈ ਤੇ ਵਾਰ-ਵਾਰ ਉਹਨਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ। ਤੇ ਇਸ ਦੇ ਸਾਲ ਦੇ ਅਖੀਰ ਵਿੱਚ ਦਸੰਬਰ ਦੇ ਵਿੱਚ ਸਾਨੂੰ ਕੈਨੇਡੀਅਨ ਬਲੱਡ ਸਰਵਿਸਿਜ਼ ਵਾਲੇ ਨਵਾਂ ਨੰਬਰ ਦੱਸਣਗੇ ਕਿ ਇਸ ਸਾਲ ਦੀ ਕੈਂਪੇਨ ਦੌਰਾਨ ਕਿੰਨੀਆਂ ਜਾਨਾਂ ਬਚਾਈਆਂ ਜਾ ਚੁੱਕੀਆਂ। ਅੱਛਾ, ਸਾਰਾ ਬਲੱਡ ਕੈਨੇਡੀਅਨ ਬਲੱਡ ਸਰਵਿਸਿਜ਼ ਨੂੰ ਜਾਂਦਾ ਨਾ, ਉਹ ਫਿਰ ਅੱਗੇ ਇਸ ਚੀਜ਼ ਟੇਕ ਕੇਅਰ ਕਰਦੇ। ਅੱਛਾ, ਜਿਹੜੇ ਕੁਝ ਵਲੰਟੀਅਰ ਕਰਨ ਆਉਂਦੇ ਨੇ ਨਾਲ, ਜਾਂ ਜਿਹੜੇ ਖੂਨਦਾਨ ਕਰਦੇ ਨੇ, ਉਹਨਾਂ ਨੂੰ ਲੋੜ ਪੈਣ ਦੇ ਉੱਤੇ ਫਿਰ ਮਿਲ ਵੀ ਜਾਂਦਾ, ਉਹਨਾਂ ਨੂੰ ਕੋਈ ਸਪੈਸ਼ਲਿਸਟ ਦੀ ਪ੍ਰਿਵਿਲੇਜ ਮਿਲਦੀ ਹੈ? ਬਿਲਕੁਲ ਮਿਲਦਾ ਜੀ। ਕਿ ਤੁਸੀਂ, ਕਿਉਂਕਿ ਸਾਰਾ ਸਿਸਟਮ ਜਿਹੜਾ ਆ ਉਹ ਬੜਾ ਵੈਲ ਆਰਗੇਨਾਈਜ਼ ਸਿਸਟਮ ਆ। ਕੈਨੇਡੀਅਨ ਬਲੱਡ ਸਰਵਿਸਿਜ਼ ਤੁਹਾਡਾ ਖੂਨ ਲੈ ਕੇ ਉਹਨਾਂ ਨੇ ਇੱਕ ਸੈਂਟਰਲਾਈਜ਼ਡ ਬਲੱਡ ਸੈਂਟਰ 'ਚ ਭੇਜਦੇ ਆ। ਜਿਹੜੇ ਹਸਪੀਟਲ ਨੂੰ, ਜਿਹੜੇ ਨੂੰ ਵੀ ਜਿੰਨੀ ਵੀ ਜ਼ਰੂਰਤ ਹੁੰਦੀ ਉੱਥੋਂ ਹਸਪੀਟਲਾਂ ਨੂੰ ਉਹ ਖੂਨ ਦਿੱਤਾ ਜਾਂਦਾ। ਜਿਹਨੂੰ ਕਿਤੇ ਵੀ ਜ਼ਰੂਰਤ ਪੈਂਦੀ, ਮੰਨ ਲਓ ਕਿਸੇ ਦਾ ਐਕਸੀਡੈਂਟ ਹੋਇਆ, ਉਹਦਾ ਬਲੱਡ ਬਲੀਡ ਹੋ ਗਿਆ, ਤੁਸੀਂ ਹਸਪੀਟਲ ਚਲੇ ਜਾਓ, ਬਿਲਕੁਲ ਮਿਲਦਾ, ਤੁਹਾਡੀ ਜਾਨ ਬਚਾਈ ਜਾਂਦੀ ਹੈ। ਔਰ ਉਹ ਖੂਨ ਉਹੀ ਹੈ ਜਿਹੜਾ ਆਪਾਂ ਲੋਕਾਂ ਨੇ ਡੋਨੇਟ ਕੀਤਾ ਹੁੰਦਾ। ਸੋ ਆਪਾਂ ਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਦੇ ਰਹਿਣਾ ਚਾਹੀਦਾ, ਇਕੱਲੇ ਨਵੰਬਰ 'ਚ ਹੀ ਨਹੀਂ, ਉਸ ਤੋਂ ਬਿਨਾਂ ਵੀ ਕਰਦੇ ਰਹਿਣਾ ਚਾਹੀਦਾ। ਅੱਛਾ, ਖੂਨਦਾਨ ਦੀ ਇੱਕ ਜਿਹੜੀ ਹੋਰ ਗੱਲ ਮੇਨ ਸਾਹਮਣੇ ਆਉਂਦੀ ਹੈ ਕਿ ਇਹਦੇ ਬਾਬਤ ਅਵੇਅਰਨੈਸ ਜੀ, ਲੋਕਾਂ 'ਚ ਇੱਕ ਡਰ ਰਹਿੰਦਾ ਹੈ ਵੀ ਯਾਰ ਬੋਡੀ 'ਚੋਂ ਖੂਨ ਨਿਕਲ ਗਿਆ, ਕਿਤੇ ਮੇਰਾ ਕੋਈ ਆਪਣਾ ਨੁਕਸਾਨ ਨਾ ਨਿੱਜੀ ਹੋ ਜਾਏ, ਵੀ ਮੇਰੇ ਸਰੀਰ ਨੂੰ ਆਲਰੇਡੀ ਪਹਿਲਾਂ ਫਲਾਣੀ ਪ੍ਰੋਬਲਮ ਹੈ, ਫਲਾਣੀ ਦਿੱਕਤ ਹੈ, ਆਹ ਚੀਜ਼ ਆ। ਘਰ ਦੇ ਹੀ ਕਈ ਵਾਰੀ ਰੋਕ ਦਿੰਦੇ ਹੋ ਨਾ ਵੀ ਤੂੰ ਨਹੀਂ ਬਲੱਡ ਦੇਣਾ। ਆਮ ਅਸੀਂ ਦੇਖਿਆ ਆਪਣੇ ਬੱਚਿਆਂ ਨੂੰ ਘਰ ਦੇ ਰੋਕਦੇ ਆ ਵੀ ਕੋਈ ਲੋੜ ਨਹੀਂ ਖੂਨਦਾਨ ਕਰਨ ਦੀ, ਪਹਿਲਾਂ ਆਪਣਾ ਆਪ ਤੇ ਠੀਕ ਕਰ ਲਾ। ਇਹ ਕਿੰਨਾ ਕੁ ਹਾਰਮਫੁਲ ਹੁੰਦਾ ਹੈ ਖੂਨਦਾਨ ਕਰਨ? ਕੋਈ ਹਾਰਮਫੁਲ ਨਹੀਂ ਜੀ। ਇਹ ਨਾ ਧਾਰਨਾਵਾਂ ਆਪਣੀਆਂ ਬੈਕ ਹੋਮ ਇੰਡੀਆ ਦੀਆਂ ਬਣੀਆਂ ਹੋਈਆਂ। ਇੰਡੀਆ ਦੇ ਵਿੱਚ ਖੂਨਦਾਨ ਉਦੋਂ ਕੀਤਾ ਜਾਂਦਾ ਸੀ ਜਦੋਂ ਤੁਹਾਡਾ ਨਜ਼ਦੀਕੀ ਕੋਈ ਹਸਪੀਟਲ 'ਚ ਪਿਆ ਹੁੰਦਾ ਸੀ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਸਾਨੂੰ ਕਿਹਾ ਜਾਂਦਾ ਸੀ ਚਲੋ ਫਲਾਣੇ ਬੰਦੇ ਨੂੰ ਖੂਨ ਦੇਣਾ, ਚਲੋ ਹਸਪਤਾਲ ਜਾ ਕੇ ਅਸੀਂ ਪਟਿਆਲੇ ਜਾ ਕੇ ਖੂਨਦਾਨ ਕਰਦੇ ਹੁੰਦੇ ਸੀ। ਪਰ ਇੱਥੇ ਸਿਸਟਮ ਵੱਖਰਾ ਆ। ਉੱਥੇ ਹੁੰਦਾ ਸੀ ਕਿ ਪਤਾ ਨਹੀਂ ਉਹ ਕੌਣ ਕਿਸ ਹਾਲਾਤਾਂ ਦੇ ਵਿੱਚ ਖੂਨਦਾਨ ਕੀਤਾ ਜਾਂਦਾ ਸੀ ਤੇ ਖੂਨਦਾਨ ਲਿਆ ਜਾਂਦਾ ਸੀ। ਇੱਥੇ ਜਿਹੜੀ ਸਿਸਟਮ ਹੈ ਨਾ ਕੈਨੇਡੀਅਨ ਬਲੱਡ ਸਰਵਿਸ ਦਾ, ਵੈਰੀ ਵੈਲ ਪ੍ਰੋਫੈਸ਼ਨਲ ਸਿਸਟਮ ਹੈ। ਫੈਡਰਲੀ ਫੰਡਡ ਏਜੰਸੀ ਹੈ। ਉਹਨਾਂ ਦੇ ਜਿਹੜੇ ਬਲੱਡ ਲੈਣ ਵਾਲੇ ਸਾਰੇ ਲਾਇਸੈਂਸਡ ਰਜਿਸਟਰਡ ਨਰਸਿਸ ਨੇ ਔਰ ਉਹ ਪੂਰੇ ਤਰੀਕੇ ਦੇ ਨਾਲ ਖੂਨਦਾਨ ਕਰਦੇ ਨੇ। ਤੁਹਾਨੂੰ ਕੋਈ ਇਨਫੈਕਸ਼ਨ ਹੋਣ ਦਾ ਖਤਰਾ ਨਹੀਂ ਹੁੰਦਾ। ਦੂਸਰੀ ਗੱਲ, ਸਾਇੰਟੀਫਿਕਲੀ ਜੇਕਰ ਤੁਸੀਂ ਇਸ ਚੀਜ਼ ਨੂੰ, ਅੱਜ ਕੱਲ੍ਹ ਦਾ ਗੂਗਲ ਦਾ ਜ਼ਮਾਨਾ, ਕਿਸੇ ਸਿਆਣੇ ਵੱਡੇ ਤੋਂ ਪੁੱਛਣ ਦੀ ਲੋੜ ਨਹੀਂ, ਗੂਗਲ ਨੂੰ ਪੁੱਛ ਲਓ, ਉਹਨੇ ਦੱਸ ਦੇਣਾ ਕਿ ਤੁਸੀਂ ਖੂਨਦਾਨ ਕਰਦੇ ਹੋ ਤੇ ਤੁਹਾਡੇ ਬਾਡੀ ਨੂੰ ਹੋਰ ਫਾਇਦਾ ਹੁੰਦਾ, ਨੁਕਸਾਨ ਕੋਈ ਨਹੀਂ ਹੈ। ਤੁਹਾਡੇ ਸਰੀਰ ਚੋਂ ਨਿਕਲਿਆ ਹੋਇਆ ਖੂਨ ਜਿਹੜਾ ਆ 48 ਆਵਰਸ ਦੁਬਾਰੇ ਫਿਰ ਪੂਰਾ ਹੋ ਜਾਂਦਾ। ਤੁਹਾਨੂੰ ਤਾਂ ਨੁਕਸਾਨ ਹੈ ਨਹੀਂ, ਤੁਹਾਡੀ ਬਾਡੀ ਦਾ ਇੰਟਰਨਲ ਸਿਸਟਮ ਹੀ ਦੁਬਾਰੇ ਖੂਨਦਾਨ ਜਿਹੜਾ ਕੀਤਾ ਹੋਇਆ ਉਹਨੂੰ ਪੂਰਾ ਕਰ ਦਿੰਦਾ। ਸੋ ਕੋਈ ਨੁਕਸਾਨ ਨਹੀਂ ਹੈ। ਕੈਨੇਡਾ ਦੇ ਵਿੱਚ ਬਹੁਤ ਸੇਫ ਹੈ। ਤੁਹਾਡੀ ਗੱਲ ਸਹੀ ਹੈ। ਇੱਥੇ ਹਾਲੇ ਵੀ ਕਈ ਬੰਦੇ ਜਿਹੜੇ ਨਵੇਂ ਇੰਡੀਆ ਤੋਂ ਆਉਂਦੇ ਆ, ਉਹਨਾਂ ਨੂੰ ਲੱਗਦਾ ਹੁੰਦਾ ਹੈ ਵੀ ਪਤਾ ਨਹੀਂ ਖੂਨਦਾਨ ਕਰਨ ਨਾਲ ਕੀ ਹੋ ਜਾਊਗਾ। ਉਹਨਾਂ ਨੂੰ ਸਮਝਾਈਦਾ, ਫਿਰ ਉਹ ਲੋਕਾਂ ਨੂੰ ਦੇਖ ਕੇ ਮੀਡੀਆ ਤੇ ਗੱਲ ਕਰਨਾ ਬੜਾ ਫਰਕ ਪੈਂਦਾ। ਰੇਡੀਓ ਤੋਂ ਸਾਨੂੰ ਬਹੁਤ ਲੋਕਾਂ ਨੂੰ ਇੰਸਪੀਰੇਸ਼ਨ ਮਿਲੀ ਹੈ। ਹਰ ਸਾਲ ਜਾਂਦੇ ਆ, ਲੋਕਾਂ ਨੂੰ ਦੱਸੀਦਾ ਵੀ ਕੁਝ ਨਹੀਂ ਹੋਇਆ, ਇੰਨੇ ਲੋਕ ਹੋਰ ਜੁੜ ਗਏ, ਇੰਨੇ ਲੋਕ ਹੋਰ ਜੁੜ ਗਏ। ਹਰ ਸਾਲ ਕੋਈ ਨਾ ਕੋਈ ਨਵੇਂ ਡੋਨਰ ਆਉਂਦੇ ਨੇ ਜਿਹੜੇ ਕਹਿੰਦੇ ਇੰਨੇ ਸਾਲਾਂ ਤੋਂ ਅਸੀਂ ਡਰਦੇ ਸੀ ਪਰ ਅਸੀਂ ਦੇਖ ਰਹੇ ਕਈ ਸਾਲਾਂ ਤੋਂ ਤੁਹਾਨੂੰ ਤਾਂ ਕੁਝ ਨਹੀਂ ਹੋਇਆ ਤੇ ਸਾਨੂੰ ਵੀ ਸ਼ਾਇਦ ਕੁਝ ਨਹੀਂ ਹੋਊਗਾ। ਅੱਛਾ, ਇੱਕ ਬੰਦਾ ਜੇ ਮੰਨ ਲਓ ਅੱਜ ਕੋਈ ਡੋਨੇਟ ਕਰਦਾ ਬਲੱਡ, ਤੇ ਉਹ ਫਿਰ ਕਿੰਨੇ ਚਿਰ ਬਾਅਦ ਨਾਰਮਲ ਹੋ ਜਾਂਦਾ ਦੂਸਰੀ ਵਾਰੀ ਬਲੱਡ ਡੋਨੇਟ ਕਰਨ ਦੀ? ਹਾਂਜੀ, ਜਿਹੜੇ ਮੇਲਸ ਨੇ ਉਹ ਐਵਰੀ 56 ਡੇਜ਼ ਡੋਨੇਟ ਕਰ ਸਕਦੇ ਨੇ ਤੇ ਫੀਮੇਲਸ ਐਵਰੀ 84 ਡੇਜ਼ ਡੋਨੇਟ ਕਰ ਸਕਦੀਆਂ ਨੇ। ਇਹ ਹੈਗਾ ਹੋਲ ਬਲੱਡ ਦਾ ਪ੍ਰੋਸੈਸ। ਪਲਾਜ਼ਮਾ ਤੇ ਪਲੇਟਲੇਟਸ ਦਾ ਥੋੜਾ ਡਿਫਰੈਂਟ ਪ੍ਰੋਸੈਸ ਹੈ। ਮੋਟਾ ਜਿਹਾ ਲਾ ਲਓ ਤੇ ਜਿਹੜੇ 2 ਮਹੀਨੇ ਤੇ 3 ਮਹੀਨੇ ਤੇ ਜਿੱਦਾਂ ਰਣਜੀਤ ਭਾਜੀ ਨੇ ਕਿਹਾ, ਇਹ ਥੋੜੀ ਹਿਚਕਚਾਹਟ ਹੈਗੀ ਹੈ। ਜਦੋਂ ਤੁਸੀਂ ਪਹਿਲੀ ਵਾਰ ਡੋਨੇਟ ਕਰਨੇ ਆਉਂਦੇ ਤੁਹਾਡੇ ਮਨ 'ਚ ਥੋੜੇ ਕੁਐਸਚਨ ਆਉਂਦੇ ਨੇ, ਪਰ ਜਦੋਂ ਇੱਕ ਵਾਰ ਤੁਸੀਂ ਆ ਕੇ ਬੈੱਡ ਤੇ ਪੈ ਜਾਂਦੇ ਤੇ ਪ੍ਰੋਸੈਸ ਸ਼ੁਰੂ ਹੋ ਜਾਂਦਾ।
ਜਿਹੜੀ ਉਹ ਫੀਲਿੰਗ ਹੈ ਉਹ ਬੜੀ ਅਮੇਜ਼ਿੰਗ ਹੈ। ਬੜੀ ਇੱਕ ਪ੍ਰਾਊਡ ਜਿਹੀ ਫੀਲਿੰਗ ਹੁੰਦੀ ਹੈ ਨਾ ਵੀ ਯਾਰ ਮੈਂ ਕਿਸੇ ਦੀ ਮਤਲਬ ਹਾਂਜੀ। ਬਿਨਾਂ ਕਿਸੇ ਉਹ ਇੱਕ ਪਰਉਪਕਾਰ ਵਾਲੀ ਸਿਚੁਏਸ਼ਨ ਹੁੰਦੀ ਨਾ ਜਿੱਥੇ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਤੁਸੀਂ ਕਿਹਦੇ ਲਈ ਭਲਾ ਕਰਦੇ ਪਏ ਹੋ, ਉਹ ਬੰਦੇ ਨੂੰ ਮਤਲਬ ਭਾਵਨਾ ਹੁੰਦੀ ਉਹ ਤੁਹਾਡੀ ਸੋਚ ਬਦਲ ਜਾਂਦੀ ਹੈ ਜੀ। ਤੁਸੀਂ ਚੀਜ਼ਾਂ ਨੂੰ ਡਿਫਰੈਂਟ ਪਰਸਪੈਕਟਿਵ ਤੋਂ ਦੇਖਣਾ ਸ਼ੁਰੂ ਕਰ ਦਿੰਦੇ ਹੋ। ਬਿਲਕੁਲ ਠੀਕ ਹੈ। ਅੱਛਾ, ਕਿੰਨੀ ਏਜ ਤੋਂ ਨਾਰਮਲ ਹੁੰਦਾ ਹੈ ਬਲੱਡ ਡੋਨੇਟ ਕਰਨਾ, ਬੰਦਾ ਕਰ ਸਕਦਾ ਕਿੰਨੀ ਏਜ ਤੋਂ? 17 ਸਾਲ ਘੱਟੋ ਘੱਟ ਉਮਰ ਚਾਹੀਦੀ ਹੈ, ਮੇਲ ਔਰ ਫੀਮੇਲ ਬੱਚੇ ਜਿਹੜੇ 17 ਸਾਲਾਂ ਦੇ ਹੋ ਗਏ ਆ। ਤੇ ਵੱਧ ਤੋਂ ਵੱਧ ਕੋਈ ਇਸ ਵੇਲੇ ਲਿਮਿਟ ਨਹੀਂ, ਪਰ 17 ਸਾਲ ਜਦੋਂ ਸ਼ੁਰੂਆਤ ਹੁੰਦੀ ਹੈ, ਜਦੋਂ ਯੰਗ ਬੱਚੇ ਹੁੰਦੇ ਨੇ, ਕਈ ਅੰਡਰ weight ਹੁੰਦੇ ਆ, ਉਹਨਾਂ ਦਾ weight ਘੱਟੋ ਘੱਟ 110 ਪਾਉਂਡ ਹੋਣਾ ਚਾਹੀਦਾ। ਜਿਹੜੇ ਬੱਚੇ ਅੰਡਰ weight ਨੇ ਉਹ ਖੂਨਦਾਨ ਨਹੀਂ ਕਰਦੇ ਜਦੋਂ ਤੱਕ ਉਹਨਾਂ ਦਾ weight ਬਰਾਬਰ ਨਹੀਂ ਹੁੰਦਾ। ਸੋ 17 ਸਾਲ ਉਮਰ ਹੋਵੇ, 110 ਪਾਉਂਡ ਤੋਂ ਵੱਧ ਭਾਰ ਹੋਵੇ, ਏਜ ਅਪਰ ਲਿਮਿਟ ਕੋਈ ਨਹੀਂ ਹੈ, ਤੁਸੀਂ ਜਾ ਕੇ ਖੂਨਦਾਨ ਕਰ ਸਕਦੇ ਹੋ ਐਜ਼ ਲੌਂਗ ਐਜ਼ ਤੁਸੀਂ ਹੈਲਦੀ ਹੋ। ਕੀ ਕੰਡੀਸ਼ਨਸ ਕੀ ਹੁੰਦੀਆਂ ਨੇ? ਤੁਸੀਂ ਕੋਈ ਉਹਦੇ ਟੈਸਟ ਕਰਦੇ ਹੋ? ਕੋਈ ਬੰਦੇ ਦੀ ਕੋਈ ਟਰੈਵਲ ਹਿਸਟਰੀ ਦੇਖੀ ਜਾਂਦੀ ਹੈ, ਬੰਦੇ ਦੀ ਕੋਈ ਮੈਡੀਸਿਨ ਦੀ ਕੀ ਹਿਸਟਰੀ ਹੈ, ਮੈਡੀਕਲ ਹਿਸਟਰੀ ਕੀ, ਸਾਰਾ ਕੁਝ ਦੇਖਿਆ ਜਾਂਦਾ? ਹਾਂਜੀ, ਉਹ ਜਦੋਂ ਏਜ ਲਿਮਿਟ 17 ਤੋਂ ਸ਼ੁਰੂ ਹੋ ਜਾਂਦੀ ਆ ਤੇ ਉਸ ਦੇ ਨਾਲ ਹੀ ਜਦੋਂ ਆਪਾਂ ਇੰਡੀਆ ਤੋਂ ਫਸਟ ਟਾਈਮ ਆਉਂਦੇ ਹਾਂ, ਕਿਉਂਕਿ ਆਪਣੀ ਕਮਿਊਨਿਟੀ ਆਪਣੀ ਇੰਡੀਆ ਤੋਂ ਕਾਫੀ ਆਏ ਆ ਆਪਾਂ, ਤੇ ਉਹ ਕੰਡੀਸ਼ਨ ਹੈਗੀ ਆ ਘੱਟੋ ਘੱਟ ਪਹਿਲੇ 3 ਸਾਲ ਤੁਹਾਨੂੰ ਵੇਟ ਕਰਨਾ ਪੈਂਦਾ। ਅੱਛਾ। ਤੇ ਹੋਲ ਬਲੱਡ ਲਈ, ਪਲਾਜ਼ਮਾ ਲਈ ਡਿਫਰੈਂਟ ਕੰਡੀਸ਼ਨ ਨੇ, ਉਹ ਤੁਸੀਂ 3 ਮਹੀਨੇ ਤੋਂ ਬਾਅਦ ਕਰ ਸਕਦੇ ਹੋ। ਤੇ ਜਦੋਂ ਆਪਾਂ ਵਿਜ਼ਿਟ ਕਰਨ ਜਾਂਦੇ ਆ ਇੰਡੀਆ, ਫਿਰ ਆਪਾਂ ਨੂੰ 3 ਮਹੀਨੇ ਵੇਟ ਕਰਨਾ ਪੈਂਦਾ। ਵਾਪਸ ਆ ਕੇ ਜਦੋਂ ਵਾਪਸ ਆਏ ਉਸ ਡੇਟ ਤੋਂ 3 ਮਹੀਨੇ ਬਾਅਦ ਆਪਾਂ ਨੂੰ ਵੇਟ ਕਰਨਾ ਪੈਂਦਾ। ਇਹ ਕੰਡੀਸ਼ਨ ਕਿਉਂ ਰੱਖੀ ਜਾਂਦੀ ਹੈ? ਇਹਦੇ ਪਿੱਛੇ ਕੀ ਮੋਟਿਵ? ਇਸ ਕੰਡੀਸ਼ਨ ਉਹਨਾਂ ਜਿੱਦਾਂ ਵੀ ਕੋਈ ਇਨਫੈਕਸ਼ਨ ਵਗੈਰਾ ਨਾ ਹੋਵੇ, ਮੋਸਟਲੀ ਇਨਫੈਕਸ਼ਨ ਹੀ ਹੈ। ਜਿਹੜੇ ਦੇਸ਼ਾਂ ਦੇ ਵਿੱਚ ਮੱਛਰ ਦੀ ਬਹੁਤ ਆਦਤ ਹੈ ਨਾ, ਆਪਣਾ ਭਾਰਤ ਵੀ ਉਹ ਚ ਆਉਂਦਾ ਹੈ, ਤੇ ਆਸਟ੍ਰੇਲੀਆ ਹੋਰ ਕਈ ਦੇਸ਼ ਨੇ ਜਿੱਥੇ ਮੱਛਰ ਬਹੁਤ ਹੈ, ਮੱਛਰ ਨਾਲ ਇਨਫੈਕਸ਼ਨਸ ਹੁੰਦੀਆਂ ਨੇ। ਤੁਹਾਨੂੰ ਜ਼ਿੰਦਗੀ 'ਚ ਕਦੀ ਮਲੇਰੀਆ ਹੋਇਆ ਹੋਵੇ ਤਾਂ ਸਾਰੀ ਉਮਰ ਤੁਸੀਂ ਬਲੱਡ ਡੋਨੇਟ ਨਹੀਂ ਕਰ ਸਕਦੇ। ਅੱਛਾ। ਹਾਂਜੀ, ਸੋ ਇਹ ਇੱਥੇ ਕਈ ਬੰਦੇ ਮਲੇਰੀਆ ਦੇ ਕਰਕੇ ਕਈ ਵਾਰੀ ਗਲਤੀ ਨਾਲ ਵੀ ਜਵਾਬ ਦੇ ਦਿੱਤਾ ਵੀ ਸ਼ਾਇਦ ਮੈਨੂੰ ਹੋਇਆ ਹੋਊਗਾ। ਸੋ ਜਿੰਨੀ ਦੇਰ ਤੱਕ ਤੁਹਾਨੂੰ ਕਨਫਰਮ ਨਹੀਂ ਹੈ ਉੱਥੇ ਯੈਸ ਨਹੀਂ ਕਰਨਾ ਚਾਹੀਦਾ। ਸੋ ਇਹ ਇਨਫੈਕਸ਼ਨਸ ਨੇ, ਆਪਣੇ ਇੰਡੀਆ ਦੇ ਵਿੱਚ ਇਨਫੈਕਸ਼ਨਸ ਜ਼ਿਆਦਾ ਨੇ, ਪੋਲਿਊਟਡ ਏਅਰ ਹੈ, ਪੋਲਿਊਟਡ ਪਾਣੀ ਹੈ, ਮੱਛਰ ਹੈ, ਉਹਦੇ ਤੋਂ ਕਰਕੇ ਵੀ ਜਿਹੜਾ ਬੰਦਾ ਆਇਆ ਉਹ ਕੋਈ ਇਨਫੈਕਸ਼ਨ ਨਾਲ ਲੈ ਕੇ ਆਇਆ ਹੋਵੇ, ਇਹਦਾ ਮਤਲਬ 3 ਮਹੀਨੇ ਵੇਟ ਕਰਨ ਤੋਂ ਬਾਅਦ ਉਹਦੇ ਵਿੱਚ ਪਤਾ ਲੱਗ ਜਾਊਗਾ ਜੇ ਕੋਈ ਇਨਫੈਕਸ਼ਨ ਹੋਊਗੀ। ਸੋ ਇਸ ਕਰਕੇ ਸੇਫਟੀ ਰੀਜ਼ਨਸ ਨੇ, ਕਿਉਂਕਿ ਤੁਹਾਡਾ ਖੂਨ ਕਿਸੇ ਬਿਮਾਰ ਬੰਦੇ ਨੂੰ ਹੀ ਦਿੱਤਾ ਜਾਣਾ ਜਿਹਦੀ ਜਾਨ ਖਰਾਬ ਮਤਲਬ ਖਤਰੇ 'ਚ ਹੈ, ਤੇ ਇਹ ਨਾ ਹੋਵੇ ਵੀ ਤੁਹਾਡਾ ਖੂਨ ਕਿਸੇ ਦੀ ਹੋਰ ਜਾਨ ਖਰਾਬ ਕਰਦਾ ਹੋਵੇ। ਅੱਛਾ, ਕਮਿਊਨਿਟੀ ਤੋਂ ਹੀ ਲੋਕ ਆਉਂਦੇ ਨੇ ਕਿ ਕਮਿਊਨਿਟੀ ਤੋਂ ਬਾਹਰ ਲੋਕ ਵੀ ਨਾਲ ਸਾਥ ਦਿੰਦੇ ਇਹਦਾ? ਹਾਂਜੀ, ਜਿੱਦਾਂ ਆਪਣੇ ਬਹੁਤ ਕਲੀਨਿਕਸ ਤੇ ਜਿੱਦਾਂ, ਕਿਉਂਕਿ ਸਿੱਖ ਭਾਈਚਾਰੇ ਵੱਲੋਂ ਆਪਾਂ ਨੂੰ ਕਾਫੀ ਹੁੰਗਾਰਾ ਮਿਲਦਾ, ਪਰ ਨਾਲ ਨਾਲ ਦੂਜੀ ਕਮਿਊਨਿਟੀਜ਼ ਦੇ ਲੋਕ ਵੀ ਆ ਕੇ ਸਪੋਰਟ ਕਰਦੇ ਆ। ਹੁਣ ਇਹਨੂੰ ਜੇ ਆਪਾਂ ਥੋੜਾ ਇਫ ਯੂ ਸਟੈਪ ਬੈਕ ਤੇ ਲੁੱਕ ਫਰਮ ਡਿਫਰੈਂਟ ਪਰਸਪੈਕਟਿਵ, ਤੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਵੀ ਜਿਹੜੀ ਇਹ ਮੁਹਿੰਮ ਹੈ ਇਹ ਬਾਬਾ ਨਾਨਕ ਦੇ ਫਲਸਫੇ 'ਚੋਂ ਸ਼ੁਰੂ ਹੁੰਦੀ ਹੈ। ਆਪਾਂ ਜਿਹੜੀ ਕੌਮ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਤੇ ਆਪਾਂ ਨਵੰਬਰ 84 ਦੀ ਗੱਲ ਇਸ ਕਰਕੇ ਕਰਦੇ ਕਿਉਂਕਿ ਆਪਾਂ ਉਹਨੂੰ ਬਹੁਤ ਨੇੜੇ ਤੋਂ ਦੇਖਿਆ, ਆਪਾਂ ਹੰਢਾਇਆ ਹੈ, ਤੇ ਅਸੀਂ ਉਹਨਾਂ ਫੈਮਲੀਜ਼ ਨੂੰ ਮਿਲੇ ਆ ਜਿਨ੍ਹਾਂ ਨਾਲ ਇਹ ਵਾਪਰਿਆ, ਜਿਨ੍ਹਾਂ ਨੇ ਮੈਂਬਰ ਉਸ ਦੌਰਾਨ ਵਿੱਚ ਇਸ ਦੁਨੀਆ ਤੋਂ ਚਲੇ ਗਏ, ਤੇ ਜਾਂ ਉਹਨਾਂ ਨੇ ਉਸ ਦੌਰਾਨ ਸਫ਼ਰ ਕੀਤਾ। ਪਰ ਇਸ ਦੇ ਨਾਲ ਹੀ ਜਿੱਦਾਂ ਸਿੱਖੀ ਦਾ ਹੈਗਾ ਸਿਧਾਂਤ ਵੀ ਜਿਹੜੀ ਸਾਰੇ ਹਿਊਮਨਸ ਨੇ, ਵੀ ਆਰ ਆਲ ਇਕੁਅਲ, ਤੇ ਆਪਾਂ ਨੂੰ ਸਾਰਿਆਂ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਹੱਕ ਹੈ। ਤੇ ਇਸ ਕਰਕੇ ਅਸੀਂ ਜਿੱਥੇ ਵੀ ਜਾਂਦੇ ਹਾਂ ਆਪਾਂ ਅਕਸਰ ਦੇਖਦੇ ਹਾਂ, ਆਪਾਂ ਸਿਰਫ ਸਿੱਖਾਂ ਲਈ ਨਹੀਂ, ਕਿਸੇ ਨਾਲ ਵੀ ਅਸੀਂ ਚਾਹੁੰਦੇ ਵੀ ਧੱਕਾ ਨਾ ਹੋਵੇ। ਇਹ ਵੀ ਇਸ ਮੁਹਿੰਮ ਦਾ ਇੱਕ ਦੇਸ਼ ਹੈ। ਜਿੱਦਾਂ ਆਪਾਂ ਗੱਲ ਕਰ ਲਈਏ ਕੈਨੇਡੀਅਨ ਇੰਡੀਜਨਸ ਦੀ, ਆਪਾਂ ਨੂੰ ਪਤਾ ਉਹਨਾਂ ਨਾਲ ਕਿੰਨਾ ਧੱਕਾ ਹੋਇਆ, ਤੇ ਆਪਾਂ ਕਰ ਲਈਏ ਅਰਮੀਨੀਆ ਦੇ ਵਿੱਚ ਕ੍ਰਿਸਚੀਅਨਸ ਦੇ ਨਾਲ ਕਿੰਨਾ ਧੱਕਾ ਹੋਇਆ, ਤੇ ਸਾਰਿਆਂ ਨੂੰ ਪਤਾ ਹੈ ਵੀ ਹੋਲੋਕਾਸਟ ਬਾਰੇ ਜਿਊਜ਼ ਕਮਿਊਨਿਟੀ ਨਾਲ ਕਿੰਨਾ ਧੱਕਾ ਹੋਇਆ, ਸ਼੍ਰੀਲੰਕਾ ਦੇ ਵਿੱਚ ਤਾਮਿਲ ਹਿੰਦੂਜ਼ ਦੇ ਨਾਲ ਕੀ ਹੋਇਆ, ਜਾਂ ਬਰਮਾ ਦੇ ਵਿੱਚ ਮੁਸਲਿਮ ਕਮਿਊਨਿਟੀ ਨਾਲ ਕੀ ਹੋਇਆ। ਤੋ ਜਿਹੜਾ ਇਹ ਮੁਹਿੰਮ ਹੈਗੀ ਹੈ ਇਹਦਾ ਇਹ ਵੀ ਹੈਗਾ ਵੀ ਇੰਨਾ ਆਪਾਂ ਅਵੇਅਰ ਕਰ ਦਈਏ ਦੁਨੀਆ ਨੂੰ ਵੀ ਇਹ ਕਿਸੇ ਨਾਲ ਵੀ ਨਾ ਹੋਵੇ। ਆਪਾਂ ਤਾਂ ਚਾਹੁੰਦੇ ਹਾਂ ਵੀ ਸਿੱਖਾਂ ਨਾਲ ਦੁਬਾਰਾ 84 ਵਾਲਾ ਧੱਕਾ ਨਾ ਹੋਵੇ, ਉਹ ਕਤਲੇਆਮ ਨਾ ਹੋਵੇ, ਪਰ ਇਸ ਦੇ ਨਾਲ ਹੀ ਕਿਸੇ ਹੋਰ ਵੀ ਕਮਿਊਨਿਟੀ ਨਾਲ ਨਾ ਹੋਵੇ। ਤੇ ਇਹ ਗੱਲ ਅਸੀਂ ਵਾਰ-ਵਾਰ, ਤੇ ਅਸੀਂ ਮੀਡੀਆ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਸ ਪਲੇਟਫਾਰਮ ਤੋਂ ਬਿਨਾਂ ਇਹ ਗੱਲ ਦੁਨੀਆ ਤੱਕ ਪਹੁੰਚਾਉਣੀ ਬਹੁਤ ਔਖੀ ਹੈ, ਕਿਉਂਕਿ ਬਹੁਤ ਜ਼ਰੂਰੀ ਆ ਸਾਰਿਆਂ ਨੂੰ ਕਲੇਵੇਂ 'ਚ ਲੈ ਕੇ ਤੇ ਨਾਲ ਲੈ ਕੇ ਚੱਲਣਾ। ਕਿਸੇ ਵੀ ਮੂਵਮੈਂਟ ਨੂੰ ਜਾਂ ਕਿਸੇ ਵੀ ਲਹਿਰ ਨੂੰ ਵੱਡਿਆਂ ਬਣਾਉਣ ਵਾਸਤੇ ਸਮੂਹ ਦੀ ਬਹੁਤ ਜ਼ਰੂਰਤ ਹੁੰਦੀ ਹੈ, ਤੇ ਖਾਸ ਕਰਕੇ ਜਿਸ ਮੁਲਕ 'ਚ ਅਸੀਂ ਬੈਠੇ ਹਾਂ ਇੱਥੇ ਦੇ ਇੱਕ ਦੂਜੇ ਦਾ ਹੌਸਲਾ ਤੇ ਇੱਕ ਦੂਜੇ ਦੇ ਨਾਲ ਚੱਲਣ ਦੀ ਬਹੁਤ ਲੋੜ ਹੈ। ਤੁਸੀਂ 1,65,000 ਦਾ ਨੰਬਰ ਦਿੱਤਾ, ਕਿੰਨੀਆਂ ਜਾਨਾਂ ਬਚਾਈਆਂ ਜਾ ਚੁੱਕੀਆਂ ਜੋ ਤੁਹਾਨੂੰ ਪਿੱਛੋਂ ਨੰਬਰ ਮਿਲਿਆ? ਡੋਨੇਟ ਕਰਨ ਵਾਲਿਆਂ ਦੀਆਂ ਕੀ ਕੁਝ ਫਿਗਰਸ ਹੈਗੀਆਂ ਨੇ ਵੀ ਹੁਣ ਤੱਕ ਉਹ ਕਿੰਨੇ ਕੁ ਲੈਵਲ ਤੱਕ, ਜੇ ਕੀ ਗਿਣਤੀ ਉਹਨਾਂ ਦੀ
ਰਹਿ ਚੁੱਕੀ? ਡੋਨਰਸ 2011 ਤੋਂ ਲੈ ਕੇ ਸਾਡੇ ਕੋਲ ਹੁਣ ਤੱਕ, ਜੇ ਆਪਾਂ ਓਨਟਾਰੀਓ ਦੀ ਗੱਲ ਕਰੀਏ, ਸਾਡੇ ਕੋਲ ਇੱਕ ਡੇਟਾਬੇਸ ਬਣਾਇਆ ਹੋਇਆ। ਜਿਹੜੇ ਬੰਦੇ ਡੋਨਰ ਆ ਗਏ ਉਹਨਾਂ ਦਾ ਨਾਮ, ਡੇਟ ਆਫ ਬਰਥ, ਈਮੇਲ ਅਸੀਂ ਆਪਣੇ ਡੇਟਾਬੇਸ 'ਚ ਪਾ ਲੈਂਦੇ ਹਾਂ। ਮਨਿੰਦਰ ਜੀ ਨੂੰ ਮੈਨੇਜ ਕਰਦੇ ਆ। ਮੈਨੂੰ ਲੱਗਦਾ 3-4 ਹਜ਼ਾਰ ਡੋਨਰ ਹੋਣਾ ਹੈ ਆਪਣੇ ਕੋਲੇ ਨਾ, ਮੈਨੂੰ ਨੰਬਰ ਹਾਂਜੀ, ਹਜ਼ਾਰਾਂ ਦੀ ਗਿਣਤੀ 'ਚ ਹਜ਼ਾਰਾਂ ਦੀ ਡੋਨਰ ਨੇ ਗਿਣਤੀ 'ਚ ਹੈ ਜੀ ਜੀ। ਅੰਟਾਰੀਓ ਦੇ ਵਿੱਚ। ਤੇ ਕਈ ਵਾਰ ਹੁੰਦਾ ਵੀ ਇੱਕ ਵਾਰ ਡੋਨੇਟ, ਮੋਸਟਲੀ ਕੀ ਹੁੰਦਾ ਹੈ ਵੀ ਜਦੋਂ ਤੁਸੀਂ ਇੱਕ ਵਾਰ ਡੋਨੇਟ ਕਰ ਲੈਂਦੇ ਹੋ, ਤੁਹਾਡੀ ਉਹ ਹਿਚਕਿਚਾਹਟ ਦੂਰ ਹੋ ਜਾਂਦੀ ਹੈ ਤੇ ਵਾਰ-ਵਾਰ ਤੁਸੀਂ ਡੋਨੇਟ ਕਰਦੇ ਕਈ ਹੋ। ਡੋਨਰਸ ਤੇ ਪਹਿਲੇ ਸਾਲ ਤੋਂ ਲਗਾਤਾਰ ਜੀ। 2 ਦਹਾਕਿਆਂ ਤੋਂ ਵੀ ਚੱਲਦੇ ਆ ਰਹੇ ਨੇ ਹਾਂਜੀ, ਨਾਲ। ਉਸ ਇੱਕ ਸਾਲ ਦੇ ਵਿੱਚ ਵਾਰ-ਵਾਰ ਕਰਦੇ ਨੇ। ਸਾਡੇ ਇੱਕ ਡੋਨਰ ਨੇ ਸਾਡੇ ਤੇ ਬੜੇ ਐਕਟਿਵ ਵਲੰਟੀਅਰ ਵੀ ਨੇ, ਉਹ ਹਰੇਕ 2-3 ਹਫ਼ਤਿਆਂ ਤੋਂ ਬਾਅਦ ਜਾ ਕੇ ਪਲੇਟਲਿਸਟ ਜਿੱਦਾਂ ਡੋਨੇਟ ਕਰਦੇ ਨੇ। 80 ਡੋਨੇਸ਼ਨਸ, 80 ਡੋਨੇਸ਼ਨਾਂ ਹੋ ਗਈਆਂ ਉਹਨਾਂ ਅੱਛਾ, ਦੀਆਂ 80 ਵਾਰ। ਹਾਂਜੀ। ਸੋ ਇੱਥੇ ਬਹੁਤ ਵਾਰੀ ਸਾਨੂੰ ਆਉਂਦੇ ਹੁੰਦੇ ਨੇ ਜਿਹੜੇ 100 ਵਾਰ ਡੋਨੇਸ਼ਨਾਂ ਕਰ ਚੁੱਕੇ ਆ। ਅੱਛਾ ਜੀ। ਸੋ ਇਹ ਤਾਂ ਇੱਕ ਨਾ ਹੈਬਿਟ ਹੈ, ਜਿਵੇਂ ਜਿਮ ਜਾਣ ਦੀ ਹੈਬਿਟ ਹੁੰਦੀ ਹੈ। ਹਾਂ, ਉਹ ਜਦੋਂ ਲੱਗ ਸੋ ਜਾਂਦੀ ਇਹ ਲੱਤ ਲੱਗ ਜਾਂਦੀ ਆ ਵੀ ਯਾਰ ਵਿਹਲੇ ਬੈਠੇ, ਚਲੋ ਕੋਈ ਕੰਮ ਚੱਜਦਾ ਕਰ ਲਈਏ। ਸੋ ਇੱਕ ਬਹੁਤ ਵਧੀਆ ਕੰਮ ਹੈ, ਬਹੁਤ ਵਧੀਆ ਜਾਨ। ਅਖੀਰ 'ਚ ਜਾਂਦੇ ਜਾਂਦੇ ਕੋਈ ਅਪੀਲ ਜਾਂ ਕੋਈ ਸੁਨੇਹਾ ਤੁਸੀਂ ਸਾਡੇ ਪਰਿਵਾਰਕ ਮੈਂਬਰਾਂ ਨੂੰ ਦੇਣਾ ਚਾਹੁੰਦੇ ਹੋ? ਹਾਂਜੀ, ਇਹ ਜਿੱਦਾਂ ਹੁਣ ਆਪਾਂ ਦੱਸਿਆ ਵੀ ਅੰਟਾਰੀਓ ਵਿੱਚ 15 ਕਲੀਨਿਕਸ ਲਾਈਆਂ ਜਾਂਦੀਆਂ ਨੇ। ਇਹ ਦੱਸਦਿਆਂ ਸਾਨੂੰ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਬਹੁਤ ਸਾਰੀਆਂ ਕਲੀਨਿਕਸ ਨੇ ਜਿਹੜੀਆਂ ਸਾਡੀਆਂ ਭੈਣਾਂ ਵੱਲੋਂ ਚਲਾਈਆਂ ਜਾਂਦੀਆਂ ਨੇ। ਅੱਛਾ ਜੀ। ਰਾਈਟ, ਕਿਉਂਕਿ ਅਕਸਰ ਹੁੰਦਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਜਿੱਦਾਂ ਕਾਈਂਡ ਆਫ ਮੇਲ ਡੋਮੀਨੇਟਡ ਸੋਸਾਇਟੀ ਹੈਗੀ ਹੈ, ਪਰ ਜਿਹੜੀ ਇਹ ਮੁਹਿੰਮ ਹੈ, ਸੱਚੇ ਪਾਤਸ਼ਾਹ ਦਾ ਸ਼ੁਕਰ ਹੈ ਵੀ ਸਾਡੀਆਂ ਭੈਣਾਂ ਵੱਲੋਂ, ਸਾਡੇ ਨੌਜਵਾਨ ਬੱਚਿਆਂ ਵੱਲੋਂ ਬਹੁਤ ਹੁੰਗਾਰਾ ਮਿਲਦਾ। ਤੇ ਜਦੋਂ ਅੰਟਾਰੀਓ ਦੇ ਵਿੱਚ ਹੈਮਿਲਟਨ, ਵਾਟਰਲੂ, ਗੋਲਫ, ਬ੍ਰੈਂਟਫੋਰਡ ਜਿਹੜੀਆਂ ਕਲੀਨਿਕਸ ਨੇ, ਲੰਡਨ ਸਾਡੀਆਂ ਭੈਣਾਂ ਵੱਲੋਂ ਚਲਾਈਆਂ ਜਾਂਦੀਆਂ ਨੇ। ਤੇ ਇਸ ਦੇ ਨਾਲ ਨਾਲ ਹੀ ਜਿਹੜਾ ਸਾਡਾ ਡੋਨਰ ਬੇਸ ਹੈ ਬਹੁਤ ਯੰਗ ਹੈ। ਸਾਨੂੰ ਯੂਥ ਵੱਲੋਂ, ਨੌਜਵਾਨ ਬੱਚਿਆਂ ਵੱਲੋਂ, ਬੱਚੀਆਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਦਾ। ਅਸੀਂ ਉਹਦੇ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਇਸ ਦੇ ਨਾਲ ਹੀ ਫਿਰ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਤੁਸੀਂ ਡੋਨੇਟ ਨਹੀਂ ਕਰ ਸਕਦੇ, ਤੁਸੀਂ ਆਓ, ਵਲੰਟੀਅਰ ਕਰ ਸਕਦੇ ਹੋ, ਦੂਜੇ ਲੋਕਾਂ ਨੂੰ ਪ੍ਰੇਰਿਤ ਕਰ ਸਕਦੇ ਹੋ, ਜਾਂ ਵੈਸੇ ਹੀ ਜਿੱਥੇ ਵੀ ਕਲੀਨਿਕ ਲੱਗੀ ਹੁੰਦੀ ਹੈ ਆ ਕੇ ਸਾਨੂੰ ਮਿਲੋ ਤੇ ਤੁਹਾਨੂੰ ਚੰਗਾ ਲੱਗੂਗਾ। ਪਨੇਸਰ ਸਾਹਿਬ, ਤੁਹਾਡਾ ਤੇ ਧਾਲੀਵਾਲ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਸ਼ੁਕਰੀਆ ਜੀ ਇੱਥੇ ਆਉਣ ਤੇ। ਮਿਹਰਬਾਨੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਇਸ ਪ੍ਰੋਗਰਾਮ 'ਚ ਸਾਡੇ ਵੱਲੋਂ ਹੀ ਨੇ ਜੀ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਵਾ ਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।